ਬੈਨੀਪਾਲ ਸ਼ੋਅ ਵਿੱਚ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਤੁਹਾਨੂੰ ਸਭਨਾਂ ਨੂੰ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਅਤੇ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਦੋਸਤੋ ਆਓ ਅੱਜ ਦੇ ਇਸ ਪ੍ਰੋਗਰਾਮ ਵਿੱਚ ਜਿਹੜੀਆਂ ਖਬਰਾਂ ਤੇ ਵਿਚਾਰ ਚਰਚਾ ਕਰਨੀ ਹੈ, ਸਭ ਤੋਂ ਪਹਿਲਾਂ ਸੰਖੇਪ ਦੇ ਵਿੱਚ ਉਹਨਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰੀਏ। ਆਖਰਕਾਰ ਅਮਰੀਕਾ ਨੂੰ ਮਿਲ ਗਿਆ ਨਵਾਂ ਰਾਸ਼ਟਰਪਤੀ। ਟਰੰਪ ਨੂੰ ਹੁਣ ਮੰਨਣੇ ਪੈਣਗੇ ਇਹ ਨਿਯਮ। ਕੇਂਦਰੀ ਖੇਤੀਬਾੜੀ ਮੰਤਰੀ ਨੇ ਕਿਸਾਨਾਂ ਨੂੰ ਮੁਲਾਕਾਤ ਕਰਨ ਦਾ ਦਿੱਤਾ ਸੱਦਾ। ਪੰਜਾਬ ਦੇ ਸੰਸਦ ਮੈਂਬਰਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ। ਰੇਲ ਪਟੜੀਆਂ ਹਾਲੇ ਵੀ ਖਾਲੀ ਨਹੀਂ, ਰੇਲਵੇ ਬੋਰਡ ਦੇ ਚੇਅਰਮੈਨ ਨੇ ਕਿਹਾ। ਅਤੇ ਡੇਰਾ ਮੁਖੀ ਨੂੰ ਮਿਲੀ ਜ਼ਮਾਨਤ ਤੇ ਕਈ ਖਬਰਾਂ ਹੋਰ ਨੇ ਜਿਨ੍ਹਾਂ ਦੇ ਉੱਤੇ ਤੁਹਾਡੇ ਨਾਲ ਮੈਂ ਵਿਚਾਰ ਵਟਾਂਦਰਾ ਕਰਨਾ ਹੈ। ਇਸ ਤੋਂ ਪਹਿਲਾਂ ਕਿ ਇਹਨਾਂ ਸਾਰੀਆਂ ਖਬਰਾਂ ਦੇ ਉੱਤੇ ਤਫਸੀਲ ਦੇ ਨਾਲ ਗੱਲਬਾਤ ਕੀਤੀ ਜਾਵੇ, ਤੁਹਾਨੂੰ ਹਰ ਰੋਜ਼ ਦੀ ਤਰ੍ਹਾਂ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਤੁਹਾਡਾ ਅਸੀਂ ਸਵਾਗਤ ਕਰਾਂਗੇ, ਜੀ ਆਇਆਂ ਨੂੰ ਆਖਾਂਗੇ। ਜ਼ਰੂਰ ਚੈਨਲ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਨੱਪ ਲੈਣੀ ਤਾਂ ਕਿ ਆਪਣੀ ਰੋਜ਼ਾਨਾ ਦੀ ਮੁਲਾਕਾਤ ਵੀ ਹੁੰਦੀ ਰਹੇ ਅਤੇ ਤੁਹਾਡੇ ਤੱਕ ਅਪਡੇਟਸ ਪਹੁੰਚਦੀਆਂ ਰਹਿਣ। ਸਭ ਤੋਂ ਪਹਿਲੀ ਅਤੇ ਦੁਨੀਆ ਦੀ ਵੱਡੀ ਖਬਰ ਹੈ ਕਿ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਚੋਣਾਂ 3 ਨਵੰਬਰ ਨੂੰ ਹੋਈਆਂ। ਕੁਝ ਐਬਸੈਂਟੀ ਵੋਟਸ ਅਤੇ ਕੁਝ ਮੇਲ ਇਨ ਬੈਲਟ ਵੋਟਸ ਦੇ ਕਾਰਨ ਗਿਣਤੀ ਲਗਾਤਾਰ ਹੁੰਦੀ ਰਹੀ। ਰਾਸ਼ਟਰਪਤੀ ਟਰੰਪ ਅਤੇ ਉਹਨਾਂ ਦੇ ਸਮਰਥਕ ਕਹਿੰਦੇ ਰਹੇ ਕਿ ਧੋਖਾ ਹੋ ਰਿਹਾ ਹੈ, ਪਰ ਇਹ ਆਖਿਆ ਜਾ ਸਕਦਾ ਹੈ ਕਿ ਅਮਰੀਕਾ ਦੇ ਲੋਕਤੰਤਰ ਦਾ ਰੱਜ ਕੇ ਜਲੂਸ ਕੱਢਿਆ ਗਿਆ। ਦੁਨੀਆ ਦੀਆਂ ਨਜ਼ਰਾਂ ਟਿਕਦੀਆਂ ਨੇ ਅਮਰੀਕਾ ਤੇ, ਅਮਰੀਕਾ ਦੀ ਰਾਜਨੀਤੀ ਤੇ, ਪਰ ਆਹ ਛੋਟੇ ਪੱਧਰ ਦੀ ਰਾਜਨੀਤੀ ਕਰਨੀ, ਜੇ ਜਿੱਤ ਗਿਆ ਤਾਂ ਉਹਦੀ ਜਿੱਤ ਤਸਲੀਮ ਕਰਨੀ, ਕੋਈ ਹਾਰ ਗਿਆ ਤਾਂ ਹਾਰ ਨਸੀਬ ਕਰਨੀ ਜਾਂ ਹਾਰ ਨੂੰ ਮੰਨਣਾ, ਇਹ ਬਹੁਤ ਵੱਡੀ ਗੱਲ ਹੈ। ਪਿਛਲੀ ਵਾਰੀ ਜਦੋਂ ਰਾਸ਼ਟਰਪਤੀ ਟਰੰਪ ਜਿੱਤੇ ਸੀ, ਹਿਲਰੀ ਕਲਿੰਟਨ ਨੇ ਤੇ ਉਹਨਾਂ ਦੀ ਪਾਰਟੀ ਨੇ ਆਪਣੀ ਹਾਰ ਮਕਬੂਲ ਕੀਤੀ, ਮੰਨੀ ਕਿ ਹਾਂ ਅਸੀਂ ਹਰੇ ਹਾਂ। ਭਾਵੇਂ ਕਿ ਬਾਅਦ ਦੇ ਵਿੱਚ 30 ਲੱਖ ਵੋਟਾਂ, ਲਗਭਗ 3 ਮਿਲੀਅਨ ਵੋਟਾਂ, ਪਾਪੂਲਰ ਵੋਟ ਹਿਲਰੀ ਕਲਿੰਟਨ ਦੇ ਹਿੱਸੇ ਜ਼ਿਆਦਾ ਆਈ ਸੀ, ਪਰ ਇਲੈਕਟਰਲ ਜਿਹੜੀਆਂ ਵੋਟਾਂ ਨੇ, ਕਾਲਜ ਜਿਹੜੇ ਹੁੰਦੇ ਨੇ, 270 ਦਾ ਅੰਕੜਾ ਰਾਸ਼ਟਰਪਤੀ ਟਰੰਪ ਪਾਰ ਕਰ ਗਏ ਸੀ, 306 ਉਹ ਜਿੱਤ ਗਏ ਸੀ। ਕਹਿਣ ਦਾ ਭਾਵ ਜੇ ਜਿੱਤੇ ਤਾਂ ਜਿੱਤ ਮੰਨੋ, ਹਰੇ ਆ ਤਾਂ ਹਾਰ ਮੰਨੋ। ਆ ਹੁਣ ਰਾਸ਼ਟਰਪਤੀ ਚੋਣਾਂ ਦੀਆਂ ਜਿਹੜੀ ਲਗਾਤਾਰ ਗਿਣਤੀ ਹੋ ਰਹੀ ਸੀ ਵੋਟਾਂ ਦੀ, ਲਗਾਤਾਰ ਜਿਹੜੇ ਬੈਟਲ ਗਰਾਊਂਡ ਸਟੇਟਸ ਨੇ ਉਹਨਾਂ ਦੇ ਵਿੱਚ ਜੋ ਬਾਈਡਨ ਅੱਗੇ ਚੱਲ ਰਹੇ ਸੀ। ਇਸ ਦੇ ਬਾਵਜੂਦ ਵੀ ਆਹ ਨਤੀਜੇ ਆਉਣ ਤੋਂ ਕੁਝ ਪਲ ਪਹਿਲਾਂ ਦਾ ਅਸੀਂ ਤੁਹਾਡੇ ਨਾਲ ਟਵੀਟ ਸਾਂਝਾ ਕਰ ਰਹੇ ਹਾਂ ਤੇ ਉਹ ਆਪਣੀ ਜਿੱਤ ਐਲਾਨ ਰਹੇ ਨੇ। ਸੋ ਹੁਣ ਰਿਪਬਲਿਕਨ ਪਾਰਟੀ ਵੱਲੋਂ ਦੂਸਰੀ ਵਾਰ ਚੋਣ ਲੜਨ ਵਾਲੇ ਰਾਸ਼ਟਰਪਤੀ ਡੋਨਲਡ ਟਰੰਪ ਭਾਰੀ ਫਰਕ ਨਾਲ ਹਾਰੇ ਹੈ ਤੇ ਡੈਮੋਕ੍ਰੇਟਿਕ ਉਮੀਦਵਾਰ ਜੋ ਬਾਈਡਨ, ਜਿਹੜੇ ਸਾਬਕਾ ਉਪ ਰਾਸ਼ਟਰਪਤੀ ਸੀ, ਉਹ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਚੁਣ ਲਏ ਗਏ ਨੇ। ਰਾਸ਼ਟਰਪਤੀ ਟਰੰਪ ਦੇ ਹੱਥ ਵੱਡੀ ਨਿਰਾਸ਼ਾ ਲੱਗੀ ਹੈ ਤੇ ਇੱਥੇ ਇਹ ਗੱਲ ਦੱਸਣ ਵਾਲੀ ਹੈ ਕਿ 1992 ਦੇ ਵਿੱਚ ਜਾਰਜ H.W. ਬੁਸ਼, ਉਹਨਾਂ ਤੋਂ ਬਾਅਦ ਰਾਸ਼ਟਰਪਤੀ ਟਰੰਪ ਨੇ ਜਿਹੜੇ ਦੂਸਰੀ ਵਾਰ ਰਾਸ਼ਟਰਪਤੀ ਚੁਣੇ ਨਹੀਂ ਗਏ, ਜਿਨ੍ਹਾਂ ਨੂੰ ਕਰਾਰੀ ਹਾਰ ਦਾ ਮੂੰਹ ਦੇਖਣਾ ਪਿਆ, ਕਿਉਂਕਿ ਅਮਰੀਕਾ ਦੇ ਵਿੱਚ 270 ਇਲੈਕਟਰਲ ਕਾਲਜ ਜਿੱਤਣੇ ਲਾਜ਼ਮੀ ਹੁੰਦੇ ਨੇ, ਜੋ ਕਿ ਜੋ ਬਾਈਡਨ 270 ਦੀ ਬਜਾਏ 290 ਜਿੱਤ ਚੁੱਕੇ ਨੇ ਅਤੇ ਰਾਸ਼ਟਰਪਤੀ ਟਰੰਪ ਨੂੰ ਵੱਡੇ ਫਰਕ ਨਾਲ ਉਹ ਹਰਾ ਚੁੱਕੇ ਆ ਤੇ ਕਈ ਨਵੇਂ ਇਤਿਹਾਸ ਵੀ ਉਹਨਾਂ ਨੇ ਸਿਰਜੇ। ਸਭ ਤੋਂ ਪਹਿਲਾ ਇਤਿਹਾਸ ਉਹਨਾਂ ਨੇ ਇਹ ਸਿਰਜਿਆ, ਹੁਣ ਉਹ 77 ਵਰ੍ਹਿਆਂ ਦੇ ਨੇ, ਜਿਸ ਦਿਨ ਉਹ ਇਸ ਅਹੁਦੇ ਦੀ ਸਹੁੰ ਚੁੱਕਣਗੇ ਉਸ ਦਿਨ ਨੂੰ ਉਹ 78 ਵਰ੍ਹਿਆਂ ਦੇ ਹੋ ਚੁੱਕੇ ਹੋਣਗੇ। ਭਾਵ ਰਾਸ਼ਟਰਪਤੀ ਅਮਰੀਕਾ ਦੇ ਸਭ ਤੋਂ ਉਮਰਦਰਾਜ਼ ਚੁਣੇ ਜਾਣ ਵਾਲੇ ਜੋ ਬਾਈਡਨ, ਇਹਦੇ ਨਾਲ ਅਮਰੀਕੀ ਇਤਿਹਾਸ ਦੇ ਵਿੱਚ ਸਭ ਤੋਂ ਵੱਧ ਵੋਟਾਂ ਪ੍ਰਾਪਤ ਕਰਨ ਵਾਲੇ ਜੋ ਬਾਈਡਨ, ਤੇ ਇਹਦੇ ਨਾਲ ਇੱਕ ਇਤਿਹਾਸ ਜਿਹੜਾ ਅਮਰੀਕੀ ਚੋਣਾਂ ਦੇ ਵਿੱਚ ਸਿਰਜਿਆ ਗਿਆ ਕਿ 1992 ਤੋਂ ਬਾਅਦ ਦੁਬਾਰਾ ਰਾਸ਼ਟਰਪਤੀ ਨਾ ਚੁਣੇ ਜਾਣ ਵਾਲੇ ਰਾਸ਼ਟਰਪਤੀ ਟਰੰਪ। ਅਤੇ ਇਹਦੇ ਨਾਲ ਇੱਕ ਇਤਿਹਾਸ ਹੋਰ, ਉਹ ਇਹ ਕਿ ਸਭ ਤੋਂ ਪਹਿਲੀ ਵਾਰ ਹੋਇਆ ਕਿ ਇੱਕ ਔਰਤ, ਉਹ ਵੀ ਘੱਟ ਗਿਣਤੀਆਂ ਦੇ ਨਾਲ ਸੰਬੰਧਿਤ, ਇੰਡੋ ਅਮਰੀਕਨ ਮੂਲ ਦੀ ਕਮਲਾ ਹੈਰਿਸ, ਅਮਰੀਕਾ ਦੇ ਉਪ ਰਾਸ਼ਟਰਪਤੀ ਚੁਣੇ ਜਾ ਚੁੱਕੇ ਨੇ। ਇਸ ਗੱਲ ਦੀਆਂ 4 ਚਫੇਰਿਓਂ ਵਧਾਈਆਂ ਮਿਲ ਰਹੀਆਂ ਨੇ ਤੇ ਨਾਲ ਇਹ ਵੀ ਗੱਲ ਸੀ ਕਿ ਫਿਜੀ ਦੇ ਜਿਹੜੇ ਪ੍ਰਧਾਨ ਮੰਤਰੀ ਨੇ, ਉਹਨਾਂ ਨੇ ਤਾਂ ਕਈ ਦਿਨ ਪਹਿਲਾਂ ਹੀ ਬਾਈਡਨ ਨੂੰ ਵਧਾਈਆਂ ਭੇਜ ਦਿੱਤੀਆਂ ਸੀ, ਨਾਲ ਕਿਹਾ ਸੀ ਕਿ ਰਾਸ਼ਟਰਪਤੀ ਟਰੰਪ, ਜਿਨ੍ਹਾਂ ਨੇ ਪੈਰਿਸ ਸਮਝੌਤੇ ਦੇ ਵਿੱਚੋਂ ਅਮਰੀਕਾ ਨੂੰ ਬਾਹਰ ਕਰ ਲਿਆ ਸੀ, ਉਹ ਕਹਿੰਦੇ ਸੀ ਜੇਕਰ ਬਾਈਡਨ ਜਿੱਤੇ ਤੇ ਸਾਨੂੰ ਲੱਗਦਾ ਕਿ ਸ਼ਾਇਦ ਉਹ ਪੈਰਿਸ ਸਮਝੌਤੇ ਦੇ ਵਿੱਚ ਫੇਰ ਆਉਣਗੇ ਅਤੇ ਵਾਤਾਵਰਣ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰਨਗੇ। ਹੁਣ ਪੈਨਸਿਲਵੇਨੀਆ ਸੂਬਾ ਸੀ ਜਿਹਨੇ ਜਿੱਤ ਹਾਰ ਦਾ ਫੈਸਲਾ ਕਰਨਾ ਸੀ। ਬਾਈਡਨ ਨੇ 34,414 ਵੋਟਾਂ ਦੀ ਲੀਡ ਪ੍ਰਾਪਤ ਕੀਤੀ। ਨਿਵਾਡਾ ਦੇ ਵਿੱਚ
25,699 ਦੀ, ਐਰੀਜ਼ੋਨਾ ਦੇ ਵਿੱਚ 20,573 ਦੀ ਤੇ ਜਾਰਜੀਆ ਦੇ ਵਿੱਚ 7248, ਜਦੋਂ ਕਿ ਨਾਰਥ ਕੈਰੋਲੀਨਾ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ 76,515 ਦੀ ਲੀਡ ਪ੍ਰਾਪਤ ਕੀਤੀ ਸੀ। ਪਰ ਇਹਨਾਂ ਵਿੱਚੋਂ ਜੇਕਰ ਇੱਕ ਵੀ ਸੂਬੇ ਤੇ ਜਿੱਤ ਦਰਜ ਕਰ ਲੈਂਦੇ ਤਾਂ ਰਾਸ਼ਟਰਪਤੀ ਉਹ ਚੁਣੇ ਜਾਣੇ ਸੀ। ਹੁਣ ਰਾਸ਼ਟਰਪਤੀ ਬਣਨ ਤੱਕ ਦੀ ਕਹਾਣੀ ਬੜੀ ਦਿਲਚਸਪ ਹੈ। ਪਹਿਲਾਂ ਤਾਂ 3 ਤਰੀਕ ਤੋਂ ਅੱਜ ਤੱਕ ਲੋਕਾਂ ਦੀਆਂ ਅੱਖਾਂ ਪੱਕੀਆਂ ਕਿ ਕਿਹੜਾ ਰਾਸ਼ਟਰਪਤੀ ਬਣਦਾ, ਕੌਣ ਜਿੱਤਦਾ ਤੇ ਕੌਣ ਹਾਰਦਾ। ਹੁਣ ਬਾਈਡਨ ਦੇ ਵਾਸਤੇ ਕੋਈ ਸੁਖਾਲਾ ਰਾਹ ਨਹੀਂ ਸੀ, ਕਿਉਂਕਿ ਦੂਸਰੇ ਪਾਸੇ ਸ਼ਰੇਆਮ ਆਖਿਆ ਜਾ ਰਿਹਾ ਸੀ ਕਿ ਸਿਵਲ ਵਾਰ ਹੋ ਸਕਦੀ ਹੈ। ਰਾਸ਼ਟਰਪਤੀ ਟਰੰਪ ਦੇ ਸਮਰਥਕ ਕਈ ਥਾਵਾਂ ਤੇ ਬੰਦੂਕਾਂ ਲੈ ਕੇ ਪਹੁੰਚੇ ਵੀ ਤੇ ਬਾਅਦ ਦੇ ਵਿੱਚ ਗ੍ਰਿਫਤਾਰ ਹੋਏ, ਤੇ ਇੱਧਰ ਇਹਨਾਂ ਦੇ ਸਮਰਥਕ ਵੀ ਜ਼ੋਰਦਾਰ ਜ਼ਬਰਦਸਤ ਨਾਅਰੇਬਾਜ਼ੀ ਕਰਦੇ ਰਹੇ। ਅੱਜ ਜਦੋਂ ਇਹ ਨਤੀਜੇ ਆਏ ਨੇ, ਬਲੈਕ ਲਾਈਵਜ਼ ਮੈਟਰ ਵਾਲਿਆਂ ਨੇ ਬਹੁਤ ਖੁਸ਼ੀ ਦੇ ਜਸ਼ਨ ਮਨਾਏ ਨੇ, ਤੇ ਦੂਸਰੇ ਪਾਸੇ ਵਾਈਟ ਹਾਊਸ ਦੇ ਬਾਹਰ ਦਾ ਨਜ਼ਾਰਾ ਤੱਕਣ ਵਾਲਾ ਸੀ। ਵੱਡੀ ਗਿਣਤੀ ਵਿੱਚ ਲੋਕ ਉੱਥੇ ਬਾਈਡਨ ਦੇ ਜਿੱਤਣ ਦੇ ਜਸ਼ਨ ਮਨਾ ਰਹੇ ਨੇ। ਹੁਣ ਬਾਈਡਨ ਅੱਜ ਦੇ ਨਹੀਂ, ਲਗਭਗ 50 ਵਰ੍ਹਿਆਂ ਦੇ ਅਮਰੀਕੀ ਰਾਜਨੀਤੀ ਵਿੱਚ ਸਰਗਰਮ ਨੇ। ਉਹ ਰਾਸ਼ਟਰਪਤੀ ਓਬਾਮਾ ਦੇ ਵਕਤ ਉਪ ਰਾਸ਼ਟਰਪਤੀ ਰਹੇ, ਅਤੇ ਦੂਸਰੇ ਪਾਸੇ ਰਾਸ਼ਟਰਪਤੀ ਟਰੰਪ ਇਹ ਬਿਲਕੁਲ ਨਵੇਂ ਸੀ, ਨਾ ਕੋਈ ਕਦੇ ਸੈਨੇਟਰ ਰਹੇ, ਨਾ ਕਿਸੇ ਹੋਰ ਇਹ ਰਾਜਨੀਤਿਕ ਅਹੁਦੇ ਤੇ ਰਹੇ ਸੀ। ਪਿਛਲੀ ਵਾਰੀ ਉਹਨਾਂ ਨੇ ਆਪਣੀ ਕਿਸਮਤ ਅਜ਼ਮਾਈ ਅਤੇ ਉਹਨਾਂ ਨੇ ਜਿੱਤ ਪ੍ਰਾਪਤ ਕਰ ਲਈ ਸੀ। ਮੈਂ ਗੱਲ ਕਮਲਾ ਹੈਰਿਸ ਦੀ ਵੀ ਕਰ ਰਿਹਾ ਸੀ। ਕਮਲਾ ਹੈਰਿਸ ਪਹਿਲੀ ਭਾਰਤੀ ਮੂਲ ਦੇ ਨੇ ਜਾਂ ਪਹਿਲੇ ਗੈਰ ਅਮਰੀਕਨ ਨੇ ਜਿਨ੍ਹਾਂ ਨੇ ਉਪ ਰਾਸ਼ਟਰਪਤੀ ਬਣ ਕੇ ਇਤਿਹਾਸ ਸਿਰਜਿਆ। ਕਮਲਾ ਦੇ ਮਾਤਾ ਜੀ ਭਾਰਤ ਦੇ ਰਹਿਣ ਵਾਲੇ ਅਤੇ ਉਹਨਾਂ ਦੇ ਪਿਤਾ ਅਫਰੀਕੀ ਮੁਲਕ ਜਮਾਇਕਾ ਦੇ ਰਹਿਣ ਵਾਲੇ ਸੀ। ਕਮਲਾ ਡੈਮੋਕ੍ਰੇਟਿਕ ਪਾਰਟੀ ਵੱਲੋਂ ਹੁਣ ਉਪ ਰਾਸ਼ਟਰਪਤੀ ਅਹੁਦੇ ਦੇ ਵਾਸਤੇ ਚੁਣੇ ਜਾ ਚੁੱਕੇ ਨੇ। ਅਸਲ ਵਿੱਚ ਬਾਈਡਨ ਨੇ ਬੀਤੇ ਅਗਸਤ ਮਹੀਨੇ ਕਮਲਾ ਦਾ ਨਾਮ ਉਪ ਰਾਸ਼ਟਰਪਤੀ ਵਜੋਂ ਨਾਮਜ਼ਦ ਕੀਤਾ ਸੀ। ਉਹ ਕੈਲੀਫੋਰਨੀਆ ਤੋਂ ਸੈਨੇਟਰ ਰਹੇ ਹੈ। ਕਮਲਾ ਨੇ ਟਵੀਟ ਕਰਕੇ ਜਿੱਤ ਵਾਸਤੇ ਸਾਰਿਆਂ ਦਾ ਧੰਨਵਾਦ ਕੀਤਾ ਤੇ ਕਮਲਾ ਹੈਰਿਸ ਸੈਨ ਫਰਾਂਸਿਸਕੋ ਦੇ ਵਿੱਚ ਪਹਿਲੀ ਔਰਤ ਜ਼ਿਲ੍ਹਾ ਅਟਾਰਨੀ ਬਣ ਕੇ ਵੀ ਇਤਿਹਾਸ ਸਿਰਜਿਆ ਸੀ। ਕੈਲੀਫੋਰਨੀਆ ਦੀ ਅਟਾਰਨੀ ਜਨਰਲ ਵਜੋਂ ਵੀ ਉਹ ਸੇਵਾਵਾਂ ਦੇਣ ਵਾਲੇ ਪਹਿਲੀ ਗੈਰ ਗੋਰੀ ਸਨ ਤੇ ਪਹਿਲੀ ਔਰਤ ਸਨ ਜਿਨ੍ਹਾਂ ਨੇ ਹੁਣ ਦੁਬਾਰਾ ਇੱਕ ਹੋਰ ਇਤਿਹਾਸ ਆਪਣੇ ਨਾਲ ਰਚ ਲਿਆ ਹੈ। ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਅਮਰੀਕਨ ਲੋਕਾਂ ਦਾ ਇਹ ਦਿੱਤਾ ਫਤਵਾ ਅਮਰੀਕਨ ਲੋਕਾਂ ਦੇ ਵਾਸਤੇ ਚੰਗਾ ਹੋਵੇਗਾ, ਕਿਉਂਕਿ ਜਿੱਤ ਕਿਹਦੀ ਸੀ, ਹਾਰ ਕਿਹਦੀ ਸੀ, ਇਹ ਅਮਰੀਕਨ ਲੋਕਾਂ ਦਾ ਆਪਣਾ ਫੈਸਲਾ ਸੀ। ਕਮਲਾ ਹੈਰਿਸ ਨੇ ਇੱਕ ਟਵੀਟ ਕੀਤਾ ਤੇ ਖੁਸ਼ੀ ਦਾ ਇਜ਼ਹਾਰ ਕੀਤਾ। ਉਹਨਾਂ ਟਵੀਟ ਤੇ ਆਪਣੀ ਪਹਿਚਾਣ ਅਮਰੀਕਾ ਦੀ ਉਪ ਰਾਸ਼ਟਰਪਤੀ ਵਜੋਂ ਲਿਖੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਇੱਕ ਵੀਡੀਓ ਵੀ ਸਾਂਝੀ ਕੀਤੀ ਅਤੇ ਲਿਖਿਆ ਕਿ ਇਹ ਚੋਣ ਜੋ ਬਾਈਡਨ ਅਤੇ ਮੇਰੇ ਲਈ ਬਹੁਤ ਜ਼ਿਆਦਾ ਮਹੱਤਵ ਰੱਖਦੀ ਹੈ। ਇਹ ਅਮਰੀਕਾ ਦੀ ਆਤਮਾ ਤੇ ਇਸ ਦੀ ਲੜਨ ਦੀ ਸਾਡੀ ਇੱਛਾ ਦੇ ਬਾਰੇ ਹੈ। ਸਾਡੇ ਅੱਗੇ ਬਹੁਤ ਕੰਮ ਨੇ, ਆਓ ਹੁਣ ਇਹਨਾਂ ਕੰਮਾਂ ਨੂੰ ਸ਼ੁਰੂ ਕਰੀਏ। ਸੋ ਹੁਣ ਸਮੁੱਚਾ ਅਮਰੀਕਾ ਇਸ ਵਕਤ ਨਿਰਾਸ਼ਾ ਦੇ ਆਲਮ ਵਿੱਚ ਨੇ। ਕੁਝ ਇਸ ਜਿੱਤ ਦਾ ਸਵਾਗਤ ਕਰ ਰਹੇ ਨੇ। ਵਾਈਟ ਹਾਊਸ ਦੇ ਬਾਹਰ ਮੈਂ ਜਿਸ ਤਰ੍ਹਾਂ ਦੱਸ ਰਿਹਾ ਸੀ ਕਿ ਵੱਡੀ ਗਿਣਤੀ ਵਿੱਚ ਲੋਕਾਂ ਦਾ ਇਕੱਠ ਹੈ, ਤੇ ਰਾਸ਼ਟਰਪਤੀ ਟਰੰਪ ਇਸ ਜਿੱਤ ਤੋਂ ਪਹਿਲਾਂ ਆਪਣੀ ਜਿੱਤ ਦਾ ਵੀ ਟਵਿੱਟਰ ਤੇ ਐਲਾਨ ਕਰ ਚੁੱਕੇ ਨੇ। ਸੋ ਕੁਝ ਵੀ ਹੋਵੇ, ਹੋ ਸਕਦਾ ਕਿ ਰਾਸ਼ਟਰਪਤੀ ਟਰੰਪ ਹਾਲੇ ਹੱਥ ਪੈਰ ਮਾਰਨ, ਪਰ ਉਹਨਾਂ ਨੂੰ ਇਹ ਲੋਕ ਫਤਵਾ ਮੰਨ ਲੈਣਾ ਚਾਹੀਦਾ। ਹੁਣ ਰਾਸ਼ਟਰਪਤੀ ਟਰੰਪ ਨੂੰ ਕਿਹੜੇ-ਕਿਹੜੇ ਹੁਕਮ ਮੰਨਣੇ ਪੈਣਗੇ, ਜਾਂ ਕਿਹੜੇ-ਕਿਹੜੇ ਕਾਨੂੰਨ ਜਾਂ ਕਿਹੜੇ-ਕਿਹੜੇ ਨਿਯਮ ਹੁਣ ਉਹਨਾਂ ਤੇ ਲਾਗੂ ਹੋਣਗੇ। ਉਹਨਾਂ ਨੂੰ ਅਹੁਦੇ ਤੋਂ ਤੇ ਵੱਖ ਹੋਣਾ ਪੈਣਾ, ਪਰ ਆਹ ਨਿਯਮਾਂ ਤੋਂ ਉਹ ਵੱਖ ਨਹੀਂ ਹੋ ਸਕਦੇ। ਨਿਯਮ ਕਿਹੜੇ ਨੇ ਜਿਹੜੇ ਸਾਰੀ ਜ਼ਿੰਦਗੀ ਉਹਨਾਂ ਦੇ ਨਾਲ ਰਹਿਣਗੇ, ਜਾਂ ਇਹ ਆਖਿਆ ਜਾ ਸਕਦਾ ਹੈ ਕਿ ਇਹ ਪਾਬੰਦੀਆਂ ਰਹਿੰਦੀ ਜ਼ਿੰਦਗੀ ਤੱਕ ਉਹਨਾਂ ਤੇ ਲੱਗੀਆਂ ਰਹਿਣਗੀਆਂ। ਉਹ ਇਕੱਲੇ ਟਰੰਪ ਨਹੀਂ, ਜਿਹੜਾ ਵੀ ਅਮਰੀਕਾ ਦਾ ਰਾਸ਼ਟਰਪਤੀ ਬਣਦਾ ਤੇ ਉਹਦੇ ਤੋਂ ਬਾਅਦ ਜਦੋਂ ਉਹ 2 ਟਰਮਾਂ ਜਾਂ 1 ਟਰਮ ਬਾਅਦ ਰਾਸ਼ਟਰਪਤੀ ਨਹੀਂ ਰਹਿੰਦਾ, ਤਾਂ ਫਿਰ ਜ਼ਿੰਦਗੀ ਭਰ ਉਹਨਾਂ ਦੇ ਉੱਤੇ ਇਹ ਪਾਬੰਦੀਆਂ ਲੱਗੀਆਂ ਰਹਿੰਦੀਆਂ ਨੇ। ਜ਼ਿੰਦਗੀ ਦੇ ਵਿੱਚ ਪ੍ਰਾਈਵੇਸੀ ਨਾਂ ਦੀ ਉਹਨਾਂ ਦੀ ਕੋਈ ਚੀਜ਼ ਰਹਿ ਨਹੀਂ ਪਾਉਂਦੀ। ਅਮਰੀਕਾ ਦਾ ਕੋਈ ਵੀ ਸਾਬਕਾ ਰਾਸ਼ਟਰਪਤੀ ਹੋਵੇ, ਇਹਨਾਂ ਨਿਯਮਾਂ ਦੇ ਨਾਲ ਸਖਤੀ ਨਾਲ ਉਹਨੂੰ ਪਾਲਣਾ ਕਰਨਾ ਪੈਂਦਾ। ਤੇ ਬੀਤੇ ਸਮੇਂ ਦੇ ਵਿੱਚ ਬਰਾਕ ਓਬਾਮਾ ਵਰਗੇ ਤੇ ਕਈ ਹੋਰ ਰਾਸ਼ਟਰਪਤੀ ਵੀ ਕਈ ਵਾਰੀ ਖਿਜੇ ਸੀ ਕਿ ਇਹ ਪਾਬੰਦੀਆਂ ਸਾਡੇ ਤੇ ਕਿਉਂ। ਹਾਲਾਂਕਿ ਰਾਸ਼ਟਰਪਤੀ ਅਹੁਦੇ ਤੋਂ ਹਟਦੇ ਹੀ ਟਰੰਪ ਤੇ ਵੀ ਇਹ ਨਿਯਮ ਲਾਗੂ ਹੋਣਗੇ। ਸਭ ਤੋਂ ਪਹਿਲੀ ਗੱਲ, ਡਰਾਈਵਿੰਗ ਦੇ ਉੱਤੇ ਪਾਬੰਦੀ ਲੱਗ ਜਾਂਦੀ ਹੈ। ਅਮਰੀਕਾ ਦੇ ਜਿੰਨੇ ਵੀ ਸਾਬਕਾ ਰਾਸ਼ਟਰਪਤੀ ਨੇ, ਉਹਨਾਂ ਦੀ ਜ਼ਿੰਦਗੀ ਹਮੇਸ਼ਾ ਖਤਰੇ ਵਿੱਚ ਰਹਿੰਦੀ ਹੈ। ਇਸ ਵਾਸਤੇ ਉਮਰ ਭਰ ਉਹਨਾਂ ਨੂੰ ਸੁਰੱਖਿਆ ਮਿਲੀ ਰਹਿੰਦੀ ਹੈ। ਸੀਕ੍ਰੇਟ ਸਰਵਿਸ ਏਜੰਟ ਉਹਨਾਂ ਦੇ ਨਾਲ ਹਮੇਸ਼ਾ ਰਹਿੰਦੇ ਨੇ। ਅਮਰੀਕਾ ਦਾ ਕੋਈ ਵੀ ਸਾਬਕਾ ਰਾਸ਼ਟਰਪਤੀ ਕਿਸੇ ਸੁੰਨਸਾਨ ਰਾਹ ਤੇ ਤਾਂ ਸੜਕ ਤੇ ਗੱਡੀ ਚਲਾ ਸਕਦਾ, ਡਰਾਈਵ ਕਰ ਸਕਦਾ, ਪਰ ਭੀੜ ਭੜੱਕੇ ਵਾਲੀਆਂ ਥਾਵਾਂ ਤੇ
ਜਨਤਕ ਤੌਰ ਤੇ ਸਾਬਕਾ ਰਾਸ਼ਟਰਪਤੀ ਡਰਾਈਵਿੰਗ ਨਹੀਂ ਕਰ ਸਕਦਾ। 1963 ਦੇ ਵਿੱਚ ਜੌਨ ਐਫ ਕੈਨੇਡੀ ਦੀ ਹੱਤਿਆ ਤੋਂ ਬਾਅਦ 1969 ਤੱਕ ਅਮਰੀਕਾ ਦੇ ਰਾਸ਼ਟਰਪਤੀ ਰਹੇ ਸੀ ਜੌਨਸਨ, ਲਿੰਡਨ ਬੀ ਜੌਨਸਨ। ਉਹ ਆਖਰੀ ਰਾਸ਼ਟਰਪਤੀ ਸਨ ਜਿਨ੍ਹਾਂ ਨੇ ਰਿਟਾਇਰਮੈਂਟ ਤੋਂ ਬਾਅਦ ਡਰਾਈਵਿੰਗ ਕੀਤੀ ਹੋਵੇ। ਤੇ ਉਮਰ ਭਰ ਮਿਲਦੇ ਰਹਿੰਦੇ ਰਾਸ਼ਟਰੀ ਸੁਰੱਖਿਆ ਦੇ ਅਪਡੇਟਸ ਵੀ। ਕੋਈ ਵੀ ਅਮਰੀਕਾ ਦਾ ਰਾਸ਼ਟਰਪਤੀ ਹੋਵੇ, ਰਾਸ਼ਟਰਪਤੀ ਦੇ ਅਹੁਦੇ ਤੇ ਰਹਿੰਦੇ ਹੋਏ ਸੁਰੱਖਿਆ ਮੁੱਦਿਆਂ ਦੇ ਨਾਲ ਜੁੜੇ ਨਵੇਂ-ਨਵੇਂ ਅਪਡੇਟਸ ਉਹਨਾਂ ਨੂੰ ਹਮੇਸ਼ਾ ਜ਼ਿੰਦਗੀ ਭਰ ਮਿਲਦੇ ਰਹਿੰਦੇ ਨੇ। ਰਿਟਾਇਰਮੈਂਟ ਤੋਂ ਬਾਅਦ ਵੀ ਇਹ ਸਿਲਸਿਲਾ ਬਦਸਤੂਰ ਜਾਰੀ ਰਹਿੰਦਾ। ਸਾਬਕਾ ਰਾਸ਼ਟਰਪਤੀਆਂ ਤੋਂ ਸੁਰੱਖਿਆ ਮਾਮਲੇ ਦੇ ਵਿੱਚ ਜਿਹੜੀ ਰਾਸ਼ਟਰੀ ਸੁਰੱਖਿਆ ਉਹਦੇ ਤੇ ਉਮਰ ਭਰ ਉਹਨਾਂ ਦੀ ਸਲਾਹ ਲਈ ਵੀ ਜਾਂਦੀ ਹੈ, ਮੰਨੀ ਭਾਵੇਂ ਨਾ ਜਾਵੇ। ਸ਼ਾਇਦ ਤੁਹਾਨੂੰ ਯਾਦ ਹੋਵੇ ਕਿ 2018 ਵਿੱਚ ਇਸ ਤਰ੍ਹਾਂ ਦੀਆਂ ਖਬਰਾਂ ਆਈਆਂ ਸੀ ਕਿ ਰਾਸ਼ਟਰਪਤੀ ਟਰੰਪ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਰਾਸ਼ਟਰੀ ਸੁਰੱਖਿਆ ਨਾਲ ਜੁੜੀਆਂ ਜਾਣਕਾਰੀਆਂ ਤੋਂ ਵਾਂਝਾ ਰੱਖਣ ਦੀ ਧਮਕੀ ਦੇ ਦਿੱਤੀ ਸੀ। ਪਰ ਟਰੰਪ ਨੇ ਇਸ ਖਬਰ ਨੂੰ ਬਾਅਦ ਦੇ ਵਿੱਚ ਕਿਹਾ ਸੀ ਕਿ ਇਹ ਲੋਕਾਂ ਨੇ ਅਫਵਾਹ ਫੈਲਾਈ ਹੈ, ਜਿਸ ਤਰ੍ਹਾਂ ਕਹਿੰਦੇ ਫੇਕ ਨਿਊਜ਼ ਹੈ, ਇੰਜ ਨਹੀਂ ਹੋ ਸਕਦਾ ਕਿ ਉਹਨਾਂ ਨੂੰ ਇਹ ਅਪਡੇਟਸ ਮਿਲੀਆਂ ਰਹਿਣਗੀਆਂ। ਇਹਦੇ ਨਾਲ ਹੀ ਜਿੰਨੇ ਵੀ ਅਮਰੀਕਾ ਦੇ ਵਿੱਚ ਸਾਬਕਾ ਰਾਸ਼ਟਰਪਤੀ ਹੋ ਜਾਂਦੇ ਨੇ ਉਹਨਾਂ ਦੇ ਨਾਮ ਤੇ ਲਾਇਬ੍ਰੇਰੀ ਹਮੇਸ਼ਾ ਰਹਿੰਦੀ ਹੈ। ਤੇ 1955 ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਲਾਇਬ੍ਰੇਰੀਜ਼ ਐਕਟ ਦੇ ਤਹਿਤ ਹਰੇਕ ਸਾਬਕਾ ਰਾਸ਼ਟਰਪਤੀ ਦੇ ਨਾਮ ਤੇ ਇੱਕ ਲਾਇਬ੍ਰੇਰੀ ਸਥਾਪਿਤ ਕੀਤੀ ਜਾਂਦੀ ਹੈ। ਤੇ ਇਸ ਲਾਇਬ੍ਰੇਰੀ ਦੇ ਵਿੱਚ ਸੰਬੰਧਿਤ ਵਿਅਕਤੀ ਦੇ ਰਾਸ਼ਟਰਪਤੀ ਦੇ ਤੌਰ ਤੇ ਕੀਤੇ ਫੈਸਲੇ, ਉਹਨਾਂ ਦੇ ਕਾਰਜਕਾਲ ਦੀਆਂ ਪ੍ਰਮੁੱਖ ਘਟਨਾਵਾਂ ਦੀਆਂ ਜਾਣਕਾਰੀਆਂ ਇਸ ਲਾਇਬ੍ਰੇਰੀ ਵਿੱਚ ਉਪਲਬਧ ਰਹਿੰਦੀਆਂ ਨੇ। ਇਹ ਫੈਸਲਾ ਉਦੋਂ ਹੋਇਆ ਸੀ ਜਦੋਂ ਰਾਸ਼ਟਰਪਤੀ ਰਿਚਰਡ ਨਿਕਸਨ ਨੇ ਆਪਣੇ ਕਾਰਜਕਾਲ ਦੇ ਵਿੱਚ ਵਿਸ਼ਵ ਪ੍ਰਸਿੱਧ ਵਾਟਰਗੇਟ ਕਾਂਡ ਨਾਲ ਸੰਬੰਧਿਤ ਕੁਝ ਜਾਣਕਾਰੀਆਂ ਲੁਕਾਉਣ ਦੀ ਕੋਸ਼ਿਸ਼ ਕੀਤੀ ਸੀ। ਹੁਣ ਸਾਬਕਾ ਰਾਸ਼ਟਰਪਤੀਆਂ ਦੀ ਨਿੱਜੀ ਲਾਈਫ ਜਾਂ ਪ੍ਰਾਈਵੇਟ ਲਾਈਫ ਤੇ ਜਿੰਨੇ ਵੀ ਸਾਬਕਾ ਰਾਸ਼ਟਰਪਤੀਆਂ ਦੇ ਨਾਮ ਆਉਣ ਵਾਲੇ ਕੋਈ ਚਿੱਠੀ ਹੈ, ਕੋਈ ਪੈਕੇਜ ਹੈ, ਕੋਈ ਪੱਤਰ ਹੈ, ਕੋਈ ਵਸਤਾ ਹੈ, ਉਹਦੀ ਸੀਕ੍ਰੇਟ ਸਰਵਿਸ ਦੇ ਵੱਲੋਂ ਜਾਂਚ ਸੀਕ੍ਰੇਟ ਸਰਵਿਸ ਏਜੰਟ ਹਮੇਸ਼ਾ ਕਰਦੇ ਹੈ। ਅਮਰੀਕਾ ਦੀ ਪੋਸਟਲ ਸਰਵਿਸ ਵੀ ਸਾਬਕਾ ਰਾਸ਼ਟਰਪਤੀਆਂ ਦੇ ਨਾਮ ਤੇ ਆਏ ਪੈਕੇਜ ਦੀ ਡੂੰਘੀ ਜਾਂਚ ਪੜਤਾਲ ਕਰਦੀ ਹੈ। ਉਹਨਾਂ ਦੇ ਫੋਨ, ਉਹਨਾਂ ਦੀ ਚੈਟ, ਉਹਨਾਂ ਦੇ ਮੈਸੇਜ ਦੀ ਸੁਰੱਖਿਆ ਏਜੰਸੀਆਂ ਹਮੇਸ਼ਾ ਨਜ਼ਰ ਬਣਾ ਕੇ ਰੱਖਦੀਆਂ ਨੇ। ਇੰਨਾ ਹੀ ਨਹੀਂ, ਸਾਬਕਾ ਰਾਸ਼ਟਰਪਤੀ ਕਦੇ ਇਕੱਲਾ ਨਹੀਂ ਰਹਿ ਸਕਦਾ। ਉਹਨਾਂ ਦੇ ਨਾਲ ਹਮੇਸ਼ਾ ਸੀਕ੍ਰੇਟ ਸਰਵਿਸ ਦੇ ਮੈਂਬਰ ਪਰਛਾਵੇਂ ਦੀ ਤਰ੍ਹਾਂ ਜੁੜੇ ਰਹਿੰਦੇ ਨੇ। ਹੁਣ ਇਹ ਲਗਭਗ ਮੈਂ ਸੰਖੇਪ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜੇਕਰ ਇੱਕ ਵਾਰੀ ਕੋਈ ਅਮਰੀਕਾ ਦਾ ਰਾਸ਼ਟਰਪਤੀ ਚੁਣਿਆ ਜਾਂਦਾ ਹੈ, ਸਾਬਕਾ ਹੋਣ ਤੋਂ ਬਾਅਦ ਵੀ ਉਹਨਾਂ ਦੀ ਜ਼ਿੰਦਗੀ ਪ੍ਰਾਈਵੇਟ ਨਹੀਂ ਰਹਿੰਦੀ। ਉਹ ਸੀਕ੍ਰੇਟ ਸਰਵਿਸ ਦੇ ਏਜੰਟਾਂ ਦੇ ਨਾਲ ਚਫੇਰਿਓਂ ਘਿਰੇ ਰਹਿੰਦੇ ਨੇ। ਉਹਨਾਂ ਦੀ ਚਿੱਠੀ, ਉਹਨਾਂ ਦੇ ਤਾਰ, ਉਹਨਾਂ ਦੇ ਫੋਨ, ਉਹਨਾਂ ਦੀ ਚੈਟ ਹਰ ਇੱਕ ਦੇ ਉੱਤੇ ਬਾਜ਼ ਅੱਖ ਰੱਖੀ ਜਾਂਦੀ ਹੈ। ਸੋ ਹੁਣ ਇਹ ਸਾਰੇ ਦੇ ਸਾਰੇ ਨਿਯਮ ਰਾਸ਼ਟਰਪਤੀ ਟਰੰਪ ਤੇ ਵੀ ਲਾਗੂ ਹੋਣ ਵਾਲੇ ਨੇ। ਅਗਲੀ ਖਬਰ ਭਾਰਤ ਤੋਂ ਹੈ। ਬੜੀ ਮਹੱਤਵਪੂਰਨ ਖਬਰ ਹੈ ਕਿ ਕੇਂਦਰੀ ਖੇਤੀਬਾੜੀ ਮੰਤਰੀ, ਕਿੰਨੀ ਦੇਰ ਹੋ ਗਈ ਇਹ ਮੁੱਦਾ ਹੈ ਕਿ ਕਿਸਾਨਾਂ ਨੂੰ ਮਿਲਦੀ ਕਿਉਂ ਨਹੀਂ। ਤੁਹਾਨੂੰ ਪਤਾ ਹੈ ਕਿ ਇਹਨਾਂ ਕਾਨੂੰਨਾਂ ਨੂੰ ਲੈ ਕੇ ਕੇਂਦਰ ਵਿਚਕਾਰ, ਪੰਜਾਬ ਦੇ ਕਿਸਾਨਾਂ ਵਿਚਕਾਰ ਤੇ ਪੰਜਾਬ ਸਰਕਾਰ ਦੇ ਵਿਚਕਾਰ ਰੇੜਕਾ ਚੱਲ ਰਿਹਾ ਹੈ। ਪਰ ਹੁਣ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਕਿਸਾਨਾਂ ਨੂੰ ਕਹਿੰਦੇ ਆਖਰਕਾਰ ਬੈਠਕ ਦਾ ਸੱਦਾ ਦਿੱਤਾ। ਉਹਨਾਂ ਨੇ ਇਹ ਵੀ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਜੇਕਰ ਕਿਸਾਨ ਉਹਨਾਂ ਨੂੰ ਮਿਲਣਾ ਚਾਹੁੰਦੇ ਆ ਤਾਂ ਉਹ ਅੱਧੀ ਰਾਤ ਨੂੰ ਵੀ ਉਹਨਾਂ ਨੂੰ ਮਿਲਣ ਵਾਸਤੇ ਤਿਆਰ ਨੇ। ਪਰ ਆ ਪਹਿਲੀ ਵਾਰੀ ਮੈਂ ਸੁਣਿਆ, ਉਹ ਤਾਂ ਭਾਈ ਤੁਸੀਂ ਦਿਨੇ ਹੀ ਮਿਲ ਲਿਓ, ਅੱਧੀ ਰਾਤ ਨੂੰ ਵਿਚਾਰੇ ਤੁਸੀਂ ਵੀ ਕਿੱਥੇ ਜਾਗਦੇ ਫਿਰੋਗੇ। ਕਿਸਾਨਾਂ ਨੂੰ ਤਾਂ ਅੱਧੀਆਂ ਰਾਤਾਂ ਕੋਈ ਮਿਹਨੇ ਨਹੀਂ ਰੱਖਦੀਆਂ, ਉਹ ਤਾਂ ਰਾਤਾਂ ਨੂੰ ਸੱਪਾਂ ਦੀਆਂ ਸਿਰੀਆਂ ਮਿੱਧਣੀਆਂ ਜਾਣਦੇ ਆ। ਪਰ ਤੁਸੀਂ ਨੀਂਦ ਨਾ ਖਰਾਬ ਕਰਿਓ, ਕਿਸੇ ਦਿਨ ਦਾ ਟਾਈਮ ਬੰਨ੍ਹ ਲਓ, ਪਰ ਮਿਲ ਜ਼ਰੂਰ ਲਓ। ਅਸਲ ਵਿੱਚ ਕਿਸੇ ਨਿਊਜ਼ ਚੈਨਲ ਦੇ ਨਾਲ ਉਹ ਗੱਲਬਾਤ ਕਰ ਰਹੇ ਸੀ। ਉਹ ਕਹਿੰਦੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਵਾਸਤੇ ਅਸੀਂ ਤਿਆਰ ਹਾਂ, ਪਰ ਸੂਬਾ ਸਰਕਾਰ ਕੇਂਦਰ ਦੇ ਬਣਾਏ ਕਾਨੂੰਨਾਂ ਨੂੰ ਰੱਦ ਨਹੀਂ ਕਰ ਸਕਦੀ। ਉਹ ਕਹਿੰਦੇ ਜੇਕਰ ਪੰਜਾਬ ਸਰਕਾਰ ਨੂੰ ਆ ਖੇਤੀ ਕਾਨੂੰਨਾਂ ਦੇ ਸੰਬੰਧਿਤ ਕੋਈ ਦਿੱਕਤ ਸੀ ਤਾਂ ਸਾਨੂੰ ਕੋਈ ਸੁਝਾਅ ਭੇਜਦੀ। ਕਹਿੰਦੇ ਉਹਨਾਂ ਨੇ ਸਾਨੂੰ ਸੁਝਾਅ ਤਾਂ ਕੋਈ ਨਹੀਂ ਭੇਜਿਆ, ਸਗੋਂ ਕਿਸਾਨ ਵਿਰੋਧੀ ਜਾਂ ਜਿਹੜਾ ਕਿਸਾਨ ਵਿਰੋਧ ਕਰ ਰਹੇ ਨੇ ਉਸ ਚੀਜ਼ ਨੂੰ ਹਵਾ ਦੇ ਦਿੱਤੀ। ਉਹ ਕਹਿੰਦੇ ਕਿਸਾਨ ਉਹਨਾਂ ਨਾਲ ਗੱਲ ਕਰਨ, ਪਰ ਇਸ ਮਾਮਲੇ ਤੇ ਉਹ ਸਿਆਸਤ ਤੋਂ ਬਚਣ। ਤੇ ਉਧਰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ ਖੇਤੀ ਮੰਤਰੀ ਦੇ ਆਫਰ ਦਾ ਸਵਾਗਤ ਕੀਤਾ। ਉਹ ਕਹਿੰਦੇ ਜੇਕਰ ਖੇਤੀਬਾੜੀ ਮੰਤਰੀ ਬੁਲਾਉਣਗੇ ਤਾਂ ਅਸੀਂ ਜ਼ਰੂਰ ਜਾਵਾਂਗੇ। ਹੁਣ ਦੇਖਣਾ ਹੋਵੇਗਾ ਕਿ ਖੇਤੀਬਾੜੀ ਮੰਤਰੀ ਨੇ ਇੱਕ ਨਿਊਜ਼ ਚੈਨਲ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਮਿਲਣ ਨੂੰ ਤਿਆਰ ਹਾਂ, ਪਰ ਓਫੀਸ਼ੀਅਲੀ ਸੱਦਾ ਜਾਂ ਮੀਟਿੰਗ ਦਾ ਥਾਂ, ਸਥਾਨ, ਮਿਤੀ, ਤਾਰੀਖ ਕਦੋਂ ਨਿਸ਼ਚਿਤ ਕੀਤੀ ਜਾਂਦੀ ਹੈ, ਮੁਲਾਕਾਤ ਦਾ ਸਮਾਂ ਕਦੋਂ ਨਿਸ਼ਚਿਤ ਕੀਤਾ ਜਾਂਦਾ ਹੈ, ਇਹ ਵੇਖਣਾ ਹੋਏਗਾ।
ਹਾਲਾਂਕਿ ਤੁਹਾਨੂੰ ਯਾਦ ਹੋਣਾ ਕਿ ਕਿਸਾਨ ਜਥੇਬੰਦੀਆਂ ਨੂੰ ਇੱਕ ਸੱਦਾ ਦਿੱਤਾ ਸੀ ਜਿਹੜਾ ਉਹਨਾਂ ਨੇ ਪ੍ਰਵਾਨ ਨਹੀਂ ਸੀ ਕੀਤਾ। ਦੂਸਰੇ ਸੱਦੇ ਨੂੰ ਜਥੇਬੰਦੀ ਆਗੂ ਪ੍ਰਵਾਨ ਕਰਕੇ ਗਏ ਸੀ, ਦਿੱਲੀ ਪਹੁੰਚੇ ਸੀ, ਪਰ ਉਹਨਾਂ ਆਗੂਆਂ ਦੇ ਨਾਲ ਜਿਹੜਾ ਕੰਮ ਉੱਥੇ ਹੋਇਆ ਸੀ ਉਹ ਨਾਰਾਜ਼ ਹੋਏ ਸੀ, ਵਾਕਆਊਟ ਕੀਤਾ ਸੀ। ਉਹਦੇ ਤੋਂ ਬਾਅਦ ਸੰਘਰਸ਼ ਨੂੰ ਆ ਕੇ ਕਿਸਾਨ ਜਥੇਬੰਦੀਆਂ ਨੇ ਹੋਰ ਤਿੱਖਾ ਕਰ ਦਿੱਤਾ ਸੀ। ਤੇ ਉਧਰ ਬੀਤੇ ਕਈ ਦਿਨਾਂ ਤੋਂ ਤੁਹਾਡੇ ਨਾਲ ਲਗਾਤਾਰ ਖਬਰਾਂ ਸਾਂਝੀਆਂ ਕਰਦੇ ਆ ਰਹੇ ਹਾਂ ਕਿ ਪੰਜਾਬ ਦੇ ਸੰਸਦ ਮੈਂਬਰ ਦਿੱਲੀ ਡੇਰੇ ਲਈ ਬੈਠੇ ਆ। ਉਹ ਚਾਹੁੰਦੇ ਸੀ ਕਿ ਵਿੱਤ ਮੰਤਰੀ ਨੂੰ ਮਿਲਿਆ ਜਾ ਸਕੇ, ਖੇਤੀਬਾੜੀ ਮੰਤਰੀ ਨੂੰ ਮਿਲਿਆ ਜਾ ਸਕੇ, ਗ੍ਰਹਿ ਮੰਤਰੀ ਨੂੰ ਮਿਲਿਆ ਜਾ ਸਕੇ, ਰੇਲ ਮੰਤਰੀ ਨੂੰ ਮਿਲਿਆ ਜਾ ਸਕੇ। ਕਈ ਦਿਨਾਂ ਦੀ ਜੱਦੋ-ਜਹਿਦ ਤੋਂ ਬਾਅਦ ਬੀਤੇ ਦਿਨੀ ਉਹ ਪਿਊਸ਼ ਗੋਇਲ ਜਿਹੜੇ ਰੇਲਵੇ ਮੰਤਰੀ ਨੇ ਉਹਨਾਂ ਨੂੰ ਮਿਲਣ ਦੇ ਵਿੱਚ ਕਾਮਯਾਬ ਹੋਈ ਸੀ, ਪਰ ਗੱਲ ਕੋਈ ਤਣ ਪੱਤਣ ਨਹੀਂ ਸੀ ਲੱਗੀ। ਤੇ ਹੁਣ ਖਬਰ ਮਿਲ ਰਹੀ ਹੈ ਕਿ ਪੰਜਾਬ ਦੇ ਸੰਸਦ ਮੈਂਬਰਾਂ ਦੇ ਵਫਦ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਹੈ ਅਤੇ ਪੰਜਾਬ ਦੇ ਵਿੱਚ ਰੇਲ ਸੇਵਾਵਾਂ ਮੁੜ ਸ਼ੁਰੂ ਕਰਨ ਦੀ ਮੰਗ ਕੀਤੀ। ਅਸਲ ਦੇ ਵਿੱਚ 24 ਸਤੰਬਰ ਤੋਂ ਪੰਜਾਬ ਦੇ ਵਿੱਚ ਰੇਲ ਦੀ ਆਵਾਜਾਈ ਬੰਦ ਹੈ। ਗ੍ਰਹਿ ਮੰਤਰਾਲੇ ਦੇ ਅਧਿਕਾਰੀ ਨੇ ਦੱਸਿਆ ਸੀ ਕਿ ਸੰਸਦ ਮੈਂਬਰ ਇਹ ਚਾਹੁੰਦੇ ਹੈ ਕਿ ਭਾਈ ਪੰਜਾਬ ਦੇ ਕਿਸਾਨ ਚਾਹੁੰਦੇ ਹੈ ਕਿ ਇਸ ਵਕਤ ਪੰਜਾਬ ਦੀ ਮੌਜੂਦਾ ਸਥਿਤੀ ਦੇ ਕਾਰਨ ਰੇਲ ਸੇਵਾਵਾਂ ਬੰਦ ਹੋਣ ਕਾਰਨ ਬਹੁਤ ਸਾਰੀਆਂ ਸਮੱਸਿਆਵਾਂ ਨੇ। ਉਹ ਕਹਿੰਦੇ ਅਸੀਂ ਸਾਰੀਆਂ ਤੋਂ ਜਾਣੂ ਕਰਵਾਇਆ। ਰੇਲ ਮੰਤਰੀ ਪਿਊਸ਼ ਗੋਇਲ ਨਾਲ ਵੀ ਮੀਟਿੰਗ ਹੋਈ ਸੀ ਤੇ ਇਸ ਮੀਟਿੰਗ ਵਿੱਚ ਵੀ ਜਾਣਕਾਰੀ ਦੇ ਅਨੁਸਾਰ ਪਿਊਸ਼ ਗੋਇਲ ਰੇਲਵੇ ਮੰਤਰੀ ਵੀ ਹਾਜ਼ਰ ਸਨ। ਤੇ ਮੀਟਿੰਗ ਤੋਂ ਬਾਅਦ ਕਾਂਗਰਸ ਦੇ ਸੰਸਦ ਮੈਂਬਰ ਨੇ ਜਸਵੀਰ ਸਿੰਘ ਗਿੱਲ, ਉਹ ਕਹਿੰਦੇ ਸਾਨੂੰ ਉਮੀਦ ਹੈ ਕਿ ਰੇਲ ਸੇਵਾਵਾਂ ਜਲਦ ਸ਼ੁਰੂ ਹੋਣਗੀਆਂ ਤੇ ਇਹਦੇ ਨਾਲ ਕਹਿੰਦੇ ਮੰਤਰਾਲੇ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਜਾਏਗਾ ਤੇ ਆਗਾਮੀ ਸੂਚਨਾ ਤੁਹਾਨੂੰ ਦਿੱਤੀ ਜਾਏਗੀ। ਤੇ ਗੁਰਜੀਤ ਸਿੰਘ ਔਜਲਾ ਵੀ ਸੀ, ਉਹ ਵੀ ਕਹਿੰਦੇ ਅਸੀਂ ਅਮਿਤ ਸ਼ਾਹ ਨੂੰ ਸਾਰੀ ਸਥਿਤੀ ਤੋਂ ਜਾਣਕਾਰੂ ਕਰਾਇਆ। ਜਾਣੂ ਕਰਵਾਉਣ ਤੋਂ ਬਾਅਦ ਉਹ ਕਹਿੰਦੇ ਅਮਿਤ ਸ਼ਾਹ ਨੇ ਸਾਨੂੰ ਭਰੋਸਾ ਦਿੱਤਾ ਕਿ ਇਸ ਮਸਲੇ ਨੂੰ ਜਲਦੀ ਹੱਲ ਕਰ ਲਿਆ ਜਾਏਗਾ। ਤੇ ਦੂਸਰੇ ਪਾਸੇ ਸੂਤਰ ਇਹ ਵੀ ਦੱਸਦੇ ਨੇ ਕਿ ਅੰਦੋਲਨਕਾਰੀ ਕਿਸਾਨਾਂ ਦੇ ਨਾਲ ਵਿਚਾਰ ਵਟਾਂਦਰੇ ਲਈ ਕੇਂਦਰ ਅਤੇ ਪੰਜਾਬ ਸਰਕਾਰਾਂ ਦੇ ਨੁਮਾਇੰਦਿਆਂ ਦੀ ਇੱਕ ਤਾਲਮੇਲ ਕਮੇਟੀ ਬਣਾਉਣ ਦੀ ਸੰਭਾਵਨਾ ਤੋਂ ਵੀ ਕੋਈ ਇਨਕਾਰ ਨਹੀਂ ਕੀਤਾ ਜਾ ਰਿਹਾ, ਉਹਦੇ ਤੇ ਵੀ ਵਿਚਾਰ ਕੀਤੀ ਜਾ ਰਹੀ ਹੈ। ਪਰ ਹੁਣ ਇੱਕ ਪਾਸੇ ਤਾਂ ਖਬਰ ਮਿਲ ਰਹੀ ਹੈ ਕਿ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਹੋ ਗਈ ਸੰਸਦ ਮੈਂਬਰਾਂ ਦੀ, ਰੇਲ ਮੰਤਰੀ ਵੀ ਸੀ। ਬੀਤੇ ਦਿਨ ਵੀ ਉਹ ਕਹਿੰਦੇ ਸੀ ਕੋਈ ਨਹੀਂ, ਜੇ ਰੇਲ ਪਟੜੀਆਂ ਖਾਲੀ ਪਈਆਂ ਨੇ ਤਾਂ ਅਸੀਂ ਭਾਈ ਰੇਲਾਂ ਚਲਾ ਦਾਂਗੇ। ਇਹਦੇ ਵਿੱਚ ਵੀ ਉਹਨੇ ਭਰੋਸਾ ਦਿੱਤਾ ਕਿ ਕੋਈ ਨਹੀਂ ਅਸੀਂ ਮਸਲਾ ਵਿਚਾਰਦੇ ਹਾਂ। ਪਰ ਦੂਸਰੇ ਪਾਸੇ ਰੇਲਵੇ ਬੋਰਡ ਦੇ ਚੇਅਰਮੈਨ ਨੇ ਜੋ ਆਖਿਆ ਉਹ ਆਪਣੇ ਆਪ ਦੇ ਵਿੱਚ ਹੈਰਾਨੀਜਨਕ ਹੈ। ਰੇਲਵੇ ਬੋਰਡ ਦੇ ਚੇਅਰਮੈਨ ਨੇ ਉਹ ਕਹਿੰਦੇ ਦੇਖੋ ਕਿਸਾਨ ਮੰਗ ਕਰ ਰਹੇ ਨੇ ਕਿ ਆਹ ਕਾਨੂੰਨ ਰੱਦ ਕਰੋ, ਇਸ ਕਰਕੇ ਉਹਨਾਂ ਨੇ ਰੇਲਵੇ ਟਰੈਕ ਆ ਕੇ ਰੋਕ ਲਏ, ਜਿਸ ਦੇ ਕਾਰਨ ਪੰਜਾਬ ਦੇ ਵਿੱਚ ਮਾਲ ਗੱਡੀਆਂ ਬੰਦ ਕੀਤੀਆਂ, ਸਵਾਰੀ ਗੱਡੀਆਂ ਬੰਦ ਕੀਤੀਆਂ। ਹੁਣ ਕਹਿੰਦੇ ਪੰਜਾਬ ਦੇ ਵਿੱਚ ਮਾਲ ਗੱਡੀਆਂ ਚਲਾਉਣ ਤੋਂ ਇਨਕਾਰ ਕਿਉਂ ਕੀਤਾ ਜਾ ਰਿਹਾ ਹੈ। ਰੇਲਵੇ ਬੋਰਡ ਦਾ ਕਹਿਣਾ ਹੈ ਕਿ ਉਹ ਮਾਲ ਗੱਡੀਆਂ ਅਤੇ ਦੂਸਰੀਆਂ ਜਿਹੜੀਆਂ ਸਵਾਰੀਆਂ ਨੂੰ ਢੋਣ ਵਾਲੀਆਂ ਗੱਡੀਆਂ ਨੇ, ਯਾਤਰੂ ਰੇਲਾਂ ਨੇ, ਜਾਂ ਤਾਂ ਦੋਵੇਂ ਚਲਾਉਣਗੇ ਜਾਂ ਦੋਨੇ ਨਹੀਂ ਚੱਲਣਗੀਆਂ। ਉਹ ਕਹਿੰਦੇ ਇਹ ਕੀ ਗੱਲ ਬਈ। ਇੱਕੋ ਆਨਲਾਈਨ ਪ੍ਰੈਸ ਕਾਨਫਰੰਸ ਤੇ ਨੂੰ ਸੰਬੋਧਨ ਕਰ ਰਹੇ ਸੀ ਰੇਲਵੇ ਦੇ ਚੇਅਰਮੈਨ ਨੇ VK ਯਾਦਵ। ਉਹ ਕਹਿੰਦੇ ਪੰਜਾਬ ਦੇ ਵਿੱਚ ਪੰਜਾਬ ਦੇ ਕਿਸਾਨ ਬਾਦਲ ਨਹੀਂ ਚੁਣ ਸਕਦੇ, ਇਸ ਗੱਲ ਦੀ ਉਹ ਨਹੀਂ ਆਗਿਆ ਦੇਣਗੇ। ਇਹ ਕਹਿੰਦੇ ਵਿਵਹਾਰਕ ਤੌਰ ਤੇ ਠੀਕ ਨਹੀਂ। ਉਹ ਕਹਿੰਦੇ ਹੁਣ ਉਹ ਦੱਸਣਗੇ ਕਿ ਕਿਹੜੀ ਰੇਲ ਚੱਲੇ ਤੇ ਕਿਹੜੀ ਰੇਲ ਨਾ ਚੱਲੇ। ਕਹਿੰਦੇ ਫਿਰ ਅਸੀਂ ਕਾਹਦੇ ਵਾਸਤੇ ਹਾਂ। ਉਹ ਕਹਿੰਦੇ ਪ੍ਰਦਰਸ਼ਨਕਾਰੀ ਹਾਲੇ ਵੀ ਪੰਜਾਬ ਦੇ ਵਿੱਚ ਬਹੁਤ ਸਾਰੇ ਰੇਲਵੇ ਸਟੇਸ਼ਨਾਂ ਤੇ ਡਟੇ ਹੋਏ ਨੇ। ਉਹ ਕਹਿੰਦੇ ਘੱਟੋ ਘੱਟ 22 ਥਾਵਾਂ ਨੇ ਜਿੱਥੇ ਉਹ ਰੇਲਵੇ ਸਟੇਸ਼ਨਾਂ ਤੇ ਬੈਠੇ ਨੇ। ਇਹ ਤਾਂ ਕਿਸਾਨ ਕਦੋਂ ਦੇ ਆਖੀ ਜਾਂਦੇ ਨੇ ਯਾਦਵ ਸਾਹਿਬ ਕਿ ਅਸੀਂ ਰੇਲਵੇ ਲਾਈਨਾਂ ਤੋਂ ਉੱਠ ਖੜੇ ਹਾਂ ਪਰ ਰੇਲਵੇ ਸਟੇਸ਼ਨਾਂ ਤੇ ਬੈਠੇ ਹਾਂ। ਉਹਨਾਂ ਨੇ ਇਹ ਵੀ ਕਿਹਾ ਸੀ ਪਹਿਲਾਂ 4 ਸਤੰਬਰ ਤੱਕ ਤੇ ਹੁਣ 20 ਸਤੰਬਰ ਤੱਕ ਕਿ ਕੋਈ ਵੀ ਮਾਲ ਗੱਡੀ ਨਹੀਂ ਰੋਕੀ ਜਾਏਗੀ। ਅਸੀਂ ਸਾਰੀਆਂ ਰੇਲਵੇ ਲਾਈਨਾਂ ਤੋਂ ਉੱਠ ਖੜੇ ਹਾਂ ਪਰ ਰੇਲਵੇ ਸਟੇਸ਼ਨਾਂ ਤੇ ਬੈਠੇ ਰਹਾਂਗੇ ਤਾਂ ਕਿ ਕਿਤੇ ਕੋਈ ਯਾਤਰੂ ਗੱਡੀ ਨਾ ਲੰਘ ਸਕੇ। ਉਹ ਕਹਿੰਦੇ ਪ੍ਰਦਰਸ਼ਨਕਾਰੀਆਂ ਤੇ ਸੂਬਾ ਸਰਕਾਰ ਦੋਵਾਂ ਦੇ ਬਿਆਨ ਇੱਕੋ ਜਿਹੇ ਹੈ ਕਿ ਰੇਲਵੇ ਟਰੈਕ ਸਿਰਫ ਮਾਲ ਗੱਡੀਆਂ ਲਈ ਖਾਲੀ ਕੀਤੇ ਗਏ ਹੈ, ਪਰ ਭਾਰਤੀ ਰੇਲਵੇ ਇਸ ਤਰ੍ਹਾਂ ਗੱਡੀਆਂ ਨਹੀਂ ਚਲਾ ਸਕਦੀ। ਜੇ ਟਰੈਕ ਖਾਲੀ ਕੀਤੇ ਗਏ ਹੈ ਤਾਂ ਫਿਰ ਇਹ ਮਾਲ ਗੱਡੀਆਂ ਤੇ ਯਾਤਰੂ ਦੋਵਾਂ ਵਾਸਤੇ ਹੋਣੇ ਚਾਹੀਦੇ ਹੈ। ਉਹਨਾਂ ਕਿਹਾ ਕਿ ਰੇਲ ਚਲਾਉਣ ਦਾ ਜਾਂ ਰੇਲਾਂ ਚਲਾਉਣ ਦਾ ਕੰਮ ਰੇਲਵੇ ਬੋਰਡ ਤੇ ਛੱਡਿਆ ਜਾਵੇ, ਕਿਸਾਨ ਨਹੀਂ ਫੈਸਲੇ ਕਰਨਗੇ। ਸੂਬਾ ਸਰਕਾਰ ਅਤੇ ਰੇਲਵੇ ਦੇ ਅਧਿਕਾਰੀ ਰੇਲ ਸੇਵਾਵਾਂ ਬਹਾਲ ਕਰਨ ਦੇ ਰਾਹ ਤਲਾਸ਼ ਰਹੇ ਨੇ, ਗੱਲਬਾਤ ਕਰ ਰਹੇ ਨੇ, ਪਰ ਤਿੰਨੇ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਪੰਜਾਬ ਦੇ ਕਿਸਾਨ 24 ਸਤੰਬਰ ਤੋਂ ਸੂਬੇ ਭਰ ਦੇ ਰੇਲਵੇ ਟਰੈਕ ਬੰਦ ਕਰੀ ਬੈਠੇ ਹੈ। ਤੇ ਸੂਬਾ ਸਰਕਾਰ ਨੇ ਆਖਿਆ ਸੀ ਕਿ ਸ਼ੁੱਕਰਵਾਰ ਰਾਤ ਤੋਂ ਸਾਰੇ ਦੇ ਸਾਰੇ ਟਰੈਕ ਖਾਲੀ ਨੇ, ਪਰ ਰੇਲਵੇ ਦਾਅਵਾ ਕਰ ਰਿਹਾ ਹੈ ਕਿ ਇਹ ਗੁੰਮਰਾਹਕੁਨ ਬਿਆਨ ਹੈ। ਹਾਲੇ ਸਾਰੇ ਦੇ ਸਾਰੇ ਜਿਹੜੇ ਟਰੈਕ ਨੇ ਉਹ ਖਾਲੀ ਨਹੀਂ। ਸੋ ਹੁਣ ਵੇਖਦੇ ਹਾਂ ਕਿ ਇਹਦੇ ਤੋਂ ਬਾਅਦ ਕਿਸਾਨ ਜਥੇਬੰਦੀਆਂ
ਆ ਰੇਲ ਸੇਵਾਵਾਂ ਦੇ ਮੁੱਦੇ ਤੇ ਕੀ ਆਖਦੇ ਨੇ। ਪਰ ਰੇਲਵੇ ਨੂੰ ਉਹ ਕਹਿੰਦੇ ਪੂਰੀ 101% ਦੀ ਸੁਰੱਖਿਆ ਦੀ ਗਰੰਟੀ ਜੇਕਰ ਸੂਬਾ ਸਰਕਾਰ ਦੇਵੇਗੀ ਅਸੀਂ ਫਿਰ ਰੇਲਾਂ ਚਲਾਵਾਂਗੇ। ਪਰ ਦੂਸਰੀ ਗੱਲ ਉਹਨਾਂ ਨੇ ਦੋ ਟੁੱਕ ਫੈਸਲਾ ਸੁਣਾ ਦਿੱਤਾ ਕਿ ਰੇਲਾਂ ਜੇ ਚੱਲਣਗੀਆਂ ਤਾਂ ਮਾਲ ਤੇ ਯਾਤਰੂ ਦੋਵੇਂ ਚੱਲਣਗੀਆਂ। ਕਿਸਾਨਾਂ ਦੇ ਕਹੇ ਅਨੁਸਾਰ ਸਿਰਫ ਮਾਲ ਗੱਡੀਆਂ ਦੀ ਆਵਾਜਾਈ ਬਹਾਲ ਨਹੀਂ ਕੀਤੀ ਜਾ ਸਕਦੀ। ਅਗਲੀ ਵੀ ਬੜੀ ਮਹੱਤਵਪੂਰਨ ਖਬਰ ਹੈ। ਡੇਰਾ ਮੁਖੀ ਰਾਮ ਰਹੀਮ ਜਬਰ ਜਨਾਹ ਅਤੇ ਕਤਲ ਦੇ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ ਗੁਰਮੀਤ ਰਾਮ ਰਹੀਮ। ਪਰ ਅੰਦਰ ਖਾਤਿਓਂ ਜਾਣਕਾਰੀ ਮਿਲ ਗਈ ਕਿ ਉਹ ਤਾਂ ਪੈਰੋਲ ਤੇ ਬਾਹਰ ਘੁੰਮਦਾ ਦੇਖਿਆ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਅਗਵਾਈ ਵਾਲੀ ਭਾਜਪਾ ਦੀ ਅਤੇ ਜੇਜੇਪੀ ਦੀ ਗੱਠਜੋੜ ਸਰਕਾਰ ਹੈ। ਜਾਣਕਾਰੀ ਮਿਲੀ ਹੈ ਕਿ 24 ਅਕਤੂਬਰ ਨੂੰ ਇੱਕ ਦਿਨ ਲਈ ਰਾਮ ਰਹੀਮ ਨੂੰ ਪੈਰੋਲ ਦਿੱਤੀ ਗਈ। ਹੁਣ ਰਾਮ ਰਹੀਮ ਜਬਰ ਜਨਾਹ ਤੇ ਕਤਲ ਦੇ ਮਾਮਲੇ ਦੇ ਦੋਸ਼ੀ ਠਹਿਰਾਇਆ ਗਿਆ ਸੀ। ਉਹਦੇ ਤੋਂ ਬਾਅਦ ਉਦੋਂ ਤੋਂ ਲੈ ਕੇ ਰੋਹਤਕ ਦੀ ਜੇਲ੍ਹ ਦੇ ਵਿੱਚੋਂ ਬੰਦ ਹੈ। ਸੂਤਰ ਦੱਸਦੇ ਨੇ ਕਿ ਰਾਮ ਰਹੀਮ ਆਪਣੀ ਬਿਮਾਰ ਮਾਂ ਨੂੰ ਮਿਲਣ ਵਾਸਤੇ ਇੱਕ ਦਿਨ ਦੀ ਪੈਰੋਲ ਤੇ ਬਾਹਰ ਆਇਆ ਅਤੇ ਉਹ ਗੁਰੂਗ੍ਰਾਮ ਦੇ ਇੱਕ ਹਸਪਤਾਲ ਦੇ ਵਿੱਚ ਉਹਨਾਂ ਦੇ ਮਾਤਾ ਜੀ ਨੂੰ ਮਿਲਣ ਗਿਆ। ਰਾਮ ਰਹੀਮ ਨੂੰ ਸੁਨਾਰੀਆ ਜੇਲ੍ਹ ਤੋਂ ਗੁਰੂਗ੍ਰਾਮ ਹਸਪਤਾਲ ਤੱਕ ਭਾਰੀ ਸੁਰੱਖਿਆ ਦੇ ਅਧੀਨ ਲਿਜਾਇਆ ਗਿਆ ਅਤੇ ਆਪਣੀ ਮਾਤਾ ਨੂੰ ਮਿਲਣ ਵਾਸਤੇ ਇੱਕ ਦਿਨ ਦੀ ਉਹਨਾਂ ਨੂੰ ਪੈਰੋਲ ਮਿਲੀ ਸੀ ਤੇ 24 ਅਕਤੂਬਰ ਦੀ ਸ਼ਾਮ ਤੱਕ ਉਹ ਆਪਣੀ ਮਾਂ ਦੇ ਨਾਲ ਹਸਪਤਾਲ ਵਿੱਚ ਸਨ ਅਤੇ ਹਰਿਆਣਾ ਪੁਲਿਸ ਦੀਆਂ 3 ਟੁਕੜੀਆਂ ਆਲੇ ਦੁਆਲੇ ਤੈਨਾਤ ਰਹੀਆਂ ਤੇ ਇੱਕ ਟੁਕੜੀ ਦੇ ਵਿੱਚ 80 ਤੋਂ 100 ਜਵਾਨ ਦੱਸੇ ਗਏ ਆ। ਭਾਵ ਲਗਭਗ 300 ਸੁਰੱਖਿਆ ਦੇ ਜਵਾਨ ਉਹਨਾਂ ਦੇ ਆਲੇ ਦੁਆਲੇ ਸਨ ਤੇ ਡੇਰਾ ਮੁਖੀ ਨੂੰ ਜੇਲ੍ਹ ਤੋਂ ਪੁਲਿਸ ਦੀ ਇੱਕ ਗੱਡੀ ਵਿੱਚ ਲਿਜਾਇਆ ਗਿਆ। ਦੱਸਿਆ ਜਾ ਰਿਹਾ ਕਿ ਪੁਲਿਸ ਨੂੰ ਸੁਰੱਖਿਆ ਵਿਵਸਥਾ ਦੀ ਅਪੀਲ ਮਿਲੀ ਸੀ ਅਤੇ 24 ਅਕਤੂਬਰ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੁਰੱਖਿਆ ਉਪਲਬਧ ਕਰਵਾਈ ਵੀ ਗਈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਅਤੇ ਕੁਝ ਸੀਨੀਅਰ ਹਰਿਆਣਾ ਦੇ ਸਰਕਾਰੀ ਅਧਿਕਾਰੀਆਂ ਨੂੰ ਸਿਰਫ ਇਸ ਗੱਲ ਦੀ ਜਾਣਕਾਰੀ ਜਾਂ ਇਲਮ ਸੀ ਕਿ ਰਾਮ ਰਹੀਮ 24 ਅਕਤੂਬਰ ਦਾ ਪੂਰਾ ਦਿਨ ਅੱਜ ਜੇਲ੍ਹ ਤੋਂ ਬਾਹਰ ਪੈਰੋਲ ਤੇ ਹੈ। ਇਸ ਤੋਂ ਪਹਿਲਾਂ ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਰਾਮ ਰਹੀਮ ਨੂੰ ਪੈਰੋਲ ਦੇਣ ਦੀਆਂ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਈਆਂ ਸੀ। ਹਾਲਾਂਕਿ ਹਰਿਆਣਾ ਸਰਕਾਰ ਨੇ ਪੈਰੋਲ ਦੇਣ ਤੋਂ ਲਗਾਤਾਰ ਇਨਕਾਰ ਕੀਤਾ ਸੀ। ਪਰ ਹੁਣ ਪੈਰੋਲ ਤੇ ਜਾਂ ਪੈਰੋਲ ਦੇ ਤਰੀਕੇ ਤੇ ਲੋਕ ਲਗਾਤਾਰ ਸਵਾਲ ਚੁੱਕ ਰਹੇ ਹੈ ਤੇ ਇਹਨਾਂ ਮਾਮਲਿਆਂ ਵਿੱਚ ਸਜ਼ਾ ਭੁਗਤ ਰਹੇ ਰਾਮ ਰਹੀਮ ਨੂੰ ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਸਾਲ 2002 ਦੇ ਵਿੱਚ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਦੋਸ਼ ਦੇ ਵਿੱਚ ਤੇ ਇਹਦੇ ਨਾਲ ਅਸਲ ਦੇ ਵਿੱਚ ਛਤਰਪਤੀ ਆਪਣੇ ਅਖਬਾਰ ਦੇ ਵਿੱਚ ਡੇਰੇ ਨਾਲ ਜੁੜੀਆਂ ਖਬਰਾਂ ਛਾਪਦੇ ਸੀ। ਪੱਤਰਕਾਰ ਛਤਰਪਤੀ ਦੇ ਕਤਲ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਮਾਮਲਾ ਦਰਜ ਕਰਵਾਇਆ ਸੀ ਅਤੇ ਉਸ ਨੂੰ CBI ਦੇ ਹਵਾਲੇ ਕਰ ਦਿੱਤਾ ਗਿਆ ਸੀ। CBI ਨੇ ਸਾਲ 2007 ਵਿੱਚ ਚਾਰਜਸ਼ੀਟ ਦਾਖਲ ਕੀਤੀ ਸੀ ਅਤੇ ਡੇਰਾ ਮੁਖੀ ਨੂੰ ਕਤਲ ਦੀ ਸਾਜ਼ਿਸ਼ ਰਚਣ ਦਾ ਦੋਸ਼ੀ ਮੰਨ ਲਿਆ ਸੀ ਤੇ ਫਿਰ 28 ਅਗਸਤ 2017 ਨੂੰ CBI ਦੀ ਇੱਕ ਵਿਸ਼ੇਸ਼ ਅਦਾਲਤ ਨੇ 2 ਔਰਤਾਂ ਦੇ ਨਾਲ ਜ਼ਬਰ ਜਨਾਹ ਦੇ ਮਾਮਲੇ ਵਿੱਚ ਰਾਮ ਰਹੀਮ ਨੂੰ 20 ਸਾਲ ਦੀ ਸਜ਼ਾ ਸੁਣਾ ਦਿੱਤੀ ਸੀ ਅਤੇ 16 ਵਰ੍ਹੇ ਪੁਰਾਣੇ ਇਸ ਮਾਮਲੇ ਵਿੱਚ ਅਦਾਲਤ ਨੇ ਡੇਰਾ ਮੁਖੀ ਨੂੰ ਅਤੇ 3 ਹੋਰ ਦੋਸ਼ੀ ਜਿਸ ਦੇ ਵਿੱਚ ਕੁਲਦੀਪ ਸਿੰਘ, ਨਿਰਮਲ ਸਿੰਘ ਅਤੇ ਕ੍ਰਿਸ਼ਨ ਲਾਲ ਨੂੰ ਵੀ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਸੀ। ਹੁਣ ਜਦੋਂ ਉਹਨਾਂ ਨੂੰ ਪੈਰੋਲ ਦੇਣ ਦੇ ਮਾਮਲੇ ਦੇ ਉੱਤੇ ਲੋਕ ਸਵਾਲ ਚੁੱਕ ਰਹੇ ਨੇ ਤੇ ਦੂਸਰੇ ਪਾਸੇ ਹਰਿਆਣਾ ਦੇ ਬਿਜਲੀ ਤੇ ਜੇਲ੍ਹ ਮੰਤਰੀ ਨੇ ਚੌਧਰੀ ਰਣਜੀਤ ਸਿੰਘ ਦਾ ਇਹਨਾਂ ਖਬਰਾਂ ਤੇ ਸਵਾਲਾਂ ਦੇ ਵਿਚਕਾਰ ਇੱਕ ਬਿਆਨ ਆਇਆ। ਰਣਜੀਤ ਸਿੰਘ ਕਹਿੰਦੇ ਕਿ ਐਮਰਜੈਂਸੀ ਦੇ ਵਿੱਚ ਪੁਲਿਸ ਕੋਲ ਅਧਿਕਾਰ ਹੁੰਦਾ ਕਿ ਉਹ ਕਿਸੇ ਵੀ ਕੈਦੀ ਨੂੰ ਇੱਕ ਦਿਨ ਦੀ ਪੈਰੋਲ ਦੇ ਸਕਦੀ ਹੈ। ਇਹ ਜਿਹੜੀ ਪੈਰੋਲ ਡੇਰਾ ਮੁਖੀ ਨੂੰ ਗੁਰਮੀਤ ਰਾਮ ਰਹੀਮ ਨੂੰ ਦਿੱਤੀ ਗਈ ਹੈ ਉਹ ਕਾਨੂੰਨ ਦੇ ਦਾਇਰੇ ਦੇ ਵਿੱਚ ਇੱਕ ਦਿਨ ਦੀ ਪੈਰੋਲ ਦਿੱਤੀ ਗਈ ਹੈ। ਮੰਤਰੀ ਨੇ ਗੱਲਬਾਤ ਕਰਦਿਆਂ ਇਹ ਵੀ ਦੱਸਿਆ ਕਿ ਰਾਮ ਰਹੀਮ ਦੀ ਇੱਕ ਦਿਨ ਦੀ ਪੈਰੋਲ ਜੋ ਦਿੱਤੀ ਗਈ ਸੀ, ਜੇ ਜ਼ਿਆਦਾ ਦਿਨ ਦੀ ਪੈਰੋਲ ਹੁੰਦੀ ਤਾਂ ਸਰਕਾਰ ਇਸ ਮਾਮਲੇ ਤੇ ਵਿਚਾਰ ਕਰਦੀ, ਪਰ ਇਹ ਸਰਕਾਰ ਦਾ ਨਹੀਂ, ਇਹ ਪੁਲਿਸ ਦਾ ਫੈਸਲਾ ਸੀ। ਉਹਨਾਂ ਨੇ ਆਪਣੇ ਅਧਿਕਾਰ ਦੀ ਵਰਤੋਂ ਕਰਦੇ ਹੋਏ ਜਿਹੜੀ ਉਹਨਾਂ ਦੀ ਬਿਮਾਰ ਮਾਂ ਹੈ, ਕਿਉਂਕਿ ਪਹਿਲਾਂ ਵੀ ਕਈ ਵਾਰ ਪੈਰੋਲ ਦੀਆਂ ਅਰਜ਼ੀਆਂ ਲੱਗੀਆਂ ਪਰ ਉਹ ਨਾ ਮਨਜ਼ੂਰ ਹੁੰਦੀਆਂ ਰਹੀਆਂ, ਇਹ ਕਹਿੰਦੇ ਪੁਲਿਸ ਨੇ ਇੱਕ ਦਿਨ ਦੀ ਉਹਨਾਂ ਨੂੰ ਪੈਰੋਲ ਦਿੱਤੀ ਸੀ। ਅਗਲਾ ਜਿਹੜਾ ਮਾਮਲਾ ਹੈ ਬੜਾ ਮਹੱਤਵਪੂਰਨ ਅਤੇ ਗੰਭੀਰ ਮਾਮਲਾ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਗੁੰਮ ਹੋਏ। ਤੁਹਾਨੂੰ ਪਤਾ ਹੈ ਕਿ ਉਹਦੇ ਤੇ ਲਗਾਤਾਰ ਸਿਆਸਤ ਗਰਮਾ ਰਹੀ ਹੈ। ਹੁਣ ਖਬਰ ਮਿਲੀ ਹੈ ਕਿ ਸਾਬਕਾ ਜਥੇਦਾਰ ਨੇ ਭਾਈ ਰਣਜੀਤ ਸਿੰਘ ਆਪਣੇ ਸਮਰਥਕਾਂ ਦੀ ਵੱਡੀ ਗਿਣਤੀ ਦੇ ਵਿੱਚ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਬੁਰਜ ਫੂਲਾ ਸਿੰਘ ਤੋਂ ਪੈਦਲ ਚੱਲ ਕੇ ਸ਼੍ਰੀ ਹਰਿਮੰਦਰ ਸਾਹਿਬ ਦੇ ਬਾਹਰ ਗੋਲਡਨ ਪਲਾਜ਼ਾ 'ਚ ਪਹੁੰਚੇ
ਉਹ ਕਹਿੰਦੇ ਪੰਥ ਦੇ ਸਵਾਲਾਂ ਦੇ ਜਵਾਬ ਦੇਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸਾਡੇ ਸਵਾਲਾਂ ਦੇ ਪੰਥ ਦੇ ਸਵਾਲਾਂ ਦੇ ਜਵਾਬ ਦੇਵੇ। ਤੇ ਨਾਲ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਇੱਕ ਸੱਦਾ ਪੱਤਰ ਭੇਜਿਆ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਜਿਹੜੇ ਲਾਪਤਾ ਹੋਏ ਨੇ, ਇਹ ਦੱਸੋ ਤਾਂ ਸਹੀ ਕਿੱਥੇ ਨੇ। ਇਹ ਮੁੱਦਾ ਗਰਮਾਉਣ ਤੋਂ ਬਾਅਦ ਜਥੇਦਾਰ ਰਣਜੀਤ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਨੂੰ ਇੱਕ ਚਿੱਠੀ ਲਿਖੀ। 7 ਨਵੰਬਰ ਜਿਹੜਾ ਅੱਜ ਦਾ ਦਿਨ ਸੀ, ਸੰਗਤ ਦੇ ਸਾਹਮਣੇ ਪੇਸ਼ ਹੋਣ ਵਾਸਤੇ ਕਿਹਾ ਇਸ ਸਾਬਕਾ ਜਥੇਦਾਰ ਹੋਰਾਂ ਨੇ। ਪੱਤਰ ਦੇ ਵਿੱਚ ਲਿਖਿਆ ਸੀ ਕਿ ਜੇਕਰ ਦੋਵਾਂ ਨੇ ਅਜਿਹਾ ਨਾ ਕੀਤਾ ਤਾਂ ਉਹ ਗਾਇਬ ਹੋਏ ਪਾਵਨ ਸਰੂਪਾਂ ਨਾਲ ਸੰਬੰਧਿਤ ਸਾਰੇ ਸਬੂਤ ਦੇਣਗੇ, ਜਨਤਕ ਕਰ ਦੇਣਗੇ ਕਿ 328 ਪਾਵਨ ਸਰੂਪ ਗਏ ਕਿੱਥੇ ਹੈ। ਉਹ ਕਹਿੰਦੇ ਤੁਸੀਂ ਦੱਸੋ ਕਿ ਅਸਲੀ ਜਾਂਚ ਰਿਪੋਰਟ ਨੂੰ ਜਾਣਬੁੱਝ ਕੇ ਜਨਤਕ ਕਿਉਂ ਨਹੀਂ ਕੀਤਾ ਜਾ ਰਿਹਾ। ਜੋ ਰਿਪੋਰਟ ਪੇਸ਼ ਕੀਤੀ ਜਾ ਰਹੀ ਹੈ ਉਹ ਕਹਿੰਦੇ ਜਾਂ ਤਾਂ ਅਧੂਰੀ ਹੈ ਜਾਂ ਪੂਰੀ ਤਰ੍ਹਾਂ ਗਲਤ ਹੈ। ਉਹਨਾਂ ਦਾ ਕਹਿਣਾ ਸੀ ਕਿ ਸਿੱਖ ਸੰਗਤ 2015 ਤੋਂ ਬਾਅਦ ਲਾਪਤਾ ਹੋਏ ਸਰੂਪਾਂ ਦੀ ਸੱਚਾਈ ਜਾਣਨਾ ਚਾਹੁੰਦੀ ਹੈ। ਸਿੱਖ ਸੰਗਤ ਨੂੰ ਇਹ ਜਾਣਨ ਦਾ ਪੂਰਾ ਅਧਿਕਾਰ ਵੀ ਹੈ ਕਿ ਉਹ ਪਾਵਨ ਸਰੂਪ ਕਿਹੜੇ ਲੋਕਾਂ ਦੇ ਕਹਿਣ ਤੇ, ਕਿਹੜੀਆਂ ਸੰਸਥਾਵਾਂ ਜਾਂ ਕਿਹੜੇ ਵਿਅਕਤੀਆਂ ਨੂੰ ਜਾਂ ਕਿਹੜੇ ਡੇਰੇਦਾਰਾਂ ਨੂੰ ਦਿੱਤੇ ਗਏ ਨੇ। ਉਹਨਾਂ ਦਾਅਵਾ ਕੀਤਾ ਹੈ ਕਿ ਉਹਨਾਂ ਕੋਲ ਲਿਸਟ ਵੀ ਮੌਜੂਦ ਹੈ ਕਿ ਕਿਹਨਾਂ ਨੂੰ ਪਾਵਨ ਸਰੂਪ ਦਿੱਤੇ ਗਏ ਨੇ। ਉਹਨਾਂ ਕੋਲ ਸਮੁੱਚੀਆਂ ਜਾਣਕਾਰੀਆਂ ਫੋਟੋਆਂ ਸਮੇਤ ਨੇ, ਜਿਨ੍ਹਾਂ ਨੂੰ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਸਵਾਲਾਂ ਦੇ ਜੋ ਪੰਥ ਦੇ ਸਵਾਲ ਨੇ ਜਵਾਬ ਨਾ ਦਿੱਤੇ ਤਾਂ ਜਨਤਕ ਕਰਨਗੇ। ਸੋ ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ। ਉਮੀਦ ਹੈ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਜਾਣਕਾਰੀਆਂ ਪੁਖਤਾ ਲੱਗੀਆਂ ਨੇ ਤਾਂ ਲਾਈਕ ਅਤੇ ਸ਼ੇਅਰ ਕਰਨ ਤੋਂ ਗੁਰੇਜ਼ ਨਾ ਕਰਿਓ। ਤੇ ਜੇਕਰ ਹਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਲਿਓ ਅਤੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਨੱਪ ਲੈਣੀ। ਤੁਹਾਡੇ ਧੰਨਵਾਦੀ ਹੋਵਾਂਗੇ। ਤੇ ਹੁਣ ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।